Hello everyone, welcome to Victor's Knowledge. This is Chinu Sharma and today we are going to take up very important topic. Generally students ਇਸ topic ਨੂੰ ਅਲੱਗ ਤੋਂ ਤਿਆਰ ਕਰਨਾ ਛੱਡ ਦਿੰਦੇ ਨੇ but exam ਦੇ ਵਿੱਚ ਇਹਦੇ ਇੱਕ ਜਾਂ ਦੋ question definitely ਪੁੱਛੇ ਹੁੰਦੇ ਨੇ ਤੇ ਇਸੇ ਲਈ ਇਹ topic ਆਪਣੇ ਲਈ ਕਰਨਾ ਬਹੁਤ important ਹੋ ਜਾਂਦਾ ਤੇ ਇਹ ਚਾਹੇ ਕੋਈ ਪੰਜਾਬ state level ਦਾ exam ਹੈ ਕੋਈ India level ਦਾ ਹੈ definitely census 2011 ਦੇ ਵਿੱਚੋਂ question ਪੁੱਛੇ ਜਾਂਦੇ ਨੇ. So today firstly, we'll talk about few important points from census 2011. Then we'll talk about few important MCQs from this topic. So now let's get started. Also, before beginning with our topic, I want to share something important with you guys. So I have launched special compilation of detailed current affairs in which each and everything, whether it is of state level, national level, international level, is covered. So ਜਿਹੜੇ detailed current affair ਨੇ ਇਹਦੇ ਵਿੱਚ ਤੁਹਾਨੂੰ ਜਨਵਰੀ 2021 ਤੋਂ ਜਦੋਂ ਤੱਕ ਤੁਹਾਡਾ ਐਗਜ਼ਾਮ ਹੈ, ਜਿਵੇਂ ਸਪੈਸ਼ਲੀ ਸਟੂਡੈਂਟਸ ਨਾਇਬ ਤਹਿਸੀਲਦਾਰ ਐਗਜ਼ਾਮ ਦੀ ਹੁਣ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਨੂੰ April ਮੰਥ ਤੋਂ ਬਾਅਦ May ਮੰਥ ਤੱਕ ਦੇ ਵੀ ਕਰੰਟ ਅਫੇਅਰ ਮਿਲਣਗੇ ਜਿਹੜੇ ਫਰਸਟ 20 ਡੇਜ਼ ਦੇ ਹੋਣਗੇ. ਸੋ ਇਹ ਜਿਹੜੇ ਡੀਟੇਲਡ ਕਰੰਟ ਅਫੇਅਰ ਹੈ ਇਹ ਤੁਸੀਂ ਲੈ ਸਕਦੇ ਹੋ. The offer price is ₹300 only, plus you will get free 400 plus GS MCQs. ਬਾਕੀ ਜੇ ਕੋਈ ਸਟੂਡੈਂਟਸ ਅਲੱਗ ਤੋਂ MCQ ਦੀ ਪ੍ਰੈਕਟਿਸ ਕਰਨੇ ਚਾਹੁੰਦੇ ਹੈ ਤਾਂ ਉਹਨਾਂ ਦੇ ਲਈ ਅਲੱਗ ਤੋਂ MCQ ਕੰਪਾਈਲੇਸ਼ਨ ਵੀ ਅਵੇਲੇਬਲ ਹੈ ਜਿਹਦੇ ਅੰਦਰ 120 MCQ ਪੋਲਿਟੀ, 120 ਇਕਨੋਮਿਕਸ, 120 ਜੀਓਗ੍ਰਾਫੀ ਐਂਡ ਇਨਵਾਇਰਨਮੈਂਟ, 120 ਹਿਸਟਰੀ ਐਂਡ ਕਲਚਰ, 400 MCQs ਨੇ ਸਾਲ 2021 ਦੇ ਇੰਪੋਰਟੈਂਟ ਕਰੰਟ ਅਫੇਅਰ ਦੇ ਵਿੱਚੋਂ. ਬਾਕੀ ਜਨਰਲ ਮਿਕਸ ਅਲੱਗ ਤੋਂ ਕਰੰਟ ਅਫੇਅਰ ਨੇ MCQ ਨੇ ਜਨਰਲ ਸਟੱਡੀਜ਼ ਨਾਲ ਰਿਲੇਟਡ 800 ਤੋਂ ਜ਼ਿਆਦਾ. ਸੋ ਟੋਟਲ ਉਰੇ ਤੁਹਾਨੂੰ 1600 ਤੋਂ ਜ਼ਿਆਦਾ MCQ ਮਿਲ ਰਹੇ ਨੇ ਇੱਕ ਕੰਪਾਈਲੇਸ਼ਨ ਦੇ ਅੰਦਰ. ਸੋ the price is ₹400. ਪਰ ਜੇ ਕੋਈ ਸਟੂਡੈਂਟਸ ਮੇਰੇ ਤੋਂ ਇੱਕ ਤੋਂ ਜ਼ਿਆਦਾ ਨੋਟਸ ਖਰੀਦਦੇ ਨੇ, ਇੱਕ ਤੋਂ ਜ਼ਿਆਦਾ ਕੋਈ ਕੰਪਾਈਲੇਸ਼ਨ ਖਰੀਦਦੇ ਨੇ ਤਾਂ ਉਹਨਾਂ ਨੂੰ ਮੈਂ ਡਿਸਕਾਊਂਟ ਵੀ ਜ਼ਰੂਰ ਪ੍ਰੋਵਾਈਡ ਕਰਦੀ ਹਾਂ. ਸੋ ਜੇ ਤੁਸੀਂ ਇਹ ਕਰੰਟ ਅਫੇਅਰ ਦੀ PDF ਪਲੱਸ ਇਹ ਪੂਰੇ 1600 ਪਲੱਸ MCQ ਲੈਣੇ ਨੇ GS ਦੇ ਨਾਲ, ਜੇ ਤੁਸੀਂ ਨਾਇਬ ਤਹਿਸੀਲਦਾਰ ਐਗਜ਼ਾਮ ਦਾ ਮੌਕ ਟੈਸਟ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਾਰਾ ਕੁਝ ₹500 ਦੇ ਵਿੱਚ ਮਿਲੂਗਾ. ਸੋ do avail this opportunity as exam is coming near. Send email on legalvictor02896@gmail.com. So now starting with census 2021. ਸਭ ਤੋਂ ਪਹਿਲਾਂ ਡੈਮੋਗ੍ਰਾਫੀ ਦੇ ਅੰਦਰ ਆਪਾਂ ਇਸ ਚੀਜ਼ ਨੂੰ ਪੜ੍ਹਦੇ ਹਾਂ. ਡੈਮੋਗ੍ਰਾਫੀ ਟਰਮ ਦਾ ਮਤਲਬ ਕੀ ਹੈ? ਕਈ ਵਾਰੀ ਡਾਇਰੈਕਟਲੀ ਇਸ ਟਰਮ ਬਾਰੇ ਹੀ ਐਗਜ਼ਾਮ ਵਿੱਚ ਪੁੱਛਿਆ ਜਾਂਦਾ. ਡੈਮੋਗ੍ਰਾਫੀ ਦਾ ਮਤਲਬ ਹੈ ਪੋਪੂਲੇਸ਼ਨ ਦੀ ਪੜ੍ਹਾਈ ਕਰਨੀ, ਸਟੱਡੀ ਆਫ ਪੋਪੂਲੇਸ਼ਨ. ਸੋ ਜੇ ਆਪਾਂ ਇੱਕ ਟ੍ਰੈਂਡ ਦੀ ਗੱਲ ਕਰੀਏ ਪੋਪੂਲੇਸ਼ਨ ਦਾ ਤਾਂ 1891 ਤੋਂ ਜਦੋਂ ਤੋਂ ਡੈਮੋਗ੍ਰਾਫੀ ਦੀ ਸਟੱਡੀ ਹੋਣੀ ਸ਼ੁਰੂ ਹੋਈ, 1891 ਤੋਂ 1921 ਤੱਕ ਦੇ ਪੀਰੀਅਡ ਨੂੰ ਕਿਹਾ ਜਾਂਦਾ ਹੈ ਸਟੈਗਨੈਂਟ ਪੋਪੂਲੇਸ਼ਨ ਦਾ. ਉਸ ਤੋਂ ਬਾਅਦ ਜਿਹੜਾ ਅਗਲੇ 30 ਸਾਲ ਸੀ ਉਦੋਂ ਸਟੈਡੀ ਗਰੋਥ ਹੋਣੀ ਸਟਾਰਟ ਹੋਈ. ਜਿਹੜਾ 1951 ਤੋਂ 1981 ਵਾਲਾ ਪੀਰੀਅਡ ਸੀ ਉਦੋਂ ਗਰੋਥ ਬਹੁਤ ਜ਼ਿਆਦਾ ਹਾਈ ਸੀ. ਤੇ ਇਹ ਜਿਹੜੇ ਪੀਰੀਅਡਸ ਨੇ ਇਹ ਟਾਈਮ ਪੀਰੀਅਡਸ ਨੇ ਕਿ ਕਿਹੜੇ ਤੋਂ ਕਿਹੜੇ ਸਮੇਂ ਦੇ ਵਿੱਚ ਸਟੈਡੀ ਗਰੋਥ ਸੀ, ਪੋਪੂਲੇਸ਼ਨ ਦੀ ਸਟੈਗਨੈਂਟ ਸੀਗੀ. ਐਗਜ਼ਾਮ ਵਿੱਚ ਡੈਫੀਨੇਟਲੀ ਕੁਐਸਚਨ ਪੁੱਛਿਆ ਜਾਂਦਾ. ਇਹ UPSC ਦੇ ਪ੍ਰੀਵੀਅਸ ਏਅਰ ਪੇਪਰ ਵਿੱਚ ਵੀ ਪੁੱਛਿਆ ਗਿਆ, PPSC ਵਿੱਚ ਵੀ ਆ ਚੁੱਕਿਆ ਹੈ. ਸੋ ਇਹ ਜਿਹੜੇ ਕੁਝ ਬੇਸਿਕ ਕੁਐਸਚਨ ਹੁੰਦੇ ਨੇ NCERT ਬੇਸਡ, ਜਿਹੜੇ ਹਰ ਚਾਹੇ ਸਟੇਟ ਲੈਵਲ ਦਾ ਪੇਪਰ ਹੈ ਚਾਹੇ ਸੈਂਟਰ ਲੈਵਲ ਦਾ, ਬਾਰ-ਬਾਰ ਹਰ ਪੇਪਰ 'ਚ ਪੁੱਛੇ ਜਾਂਦੇ ਨੇ. ਸੋ ਇਸ ਲਈ ਮੈਂ ਜ਼ਿਆਦਾ ਫੋਕਸ ਦੇ ਕੇ ਕਰਵਾ ਰਹੀ ਹਾਂ ਤੇ ਜਿਹੜੀਆਂ ਚੀਜ਼ਾਂ ਨੂੰ ਮੈਂ ਸਟਾਰ ਮਾਰਕ ਕਰਵਾਉਣੀ ਆ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਦੀ ਹਾਂ, ਉਹਨਾਂ ਨੂੰ ਪੇਪਰ ਤੋਂ ਪਹਿਲਾਂ ਇੱਕ ਵਾਰੀ ਰਿਵਾਈਜ਼ ਜ਼ਰੂਰ ਤੁਸੀਂ ਕਰਕੇ ਜਾਣਾ. ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਪਿਛਲੇ ਕੁਝ ਸਮੇਂ ਦਾ ਜਦੋਂ ਤੱਕ ਇਹ ਸੈਂਸਸ ਆਇਆ 2011 ਦਾ, ਉਦੋਂ ਤੱਕ ਟ੍ਰੈਂਡ ਕੀ ਰਿਹਾ ਪੋਪੂਲੇਸ਼ਨ ਦਾ, ਕਦੋਂ ਵਧੀ ਹੈ, ਕਦੋਂ ਗਰੋਥ ਸਟੇਬਲ ਰਹੀ ਹੈ, ਕਦੋਂ ਪੋਪੂਲੇਸ਼ਨ ਗਰੋਥ ਵਿੱਚ ਡਿਕਲਾਈਨ ਆਇਆ. ਸੋ 1951 ਤੋਂ 81 ਵਾਲੇ ਪੀਰੀਅਡ 'ਚ ਬਹੁਤ ਹਾਈ ਗਰੋਥ ਰਹੀ. ਦੈਨ 81 ਤੋਂ ਜਿਹੜਾ 2011 ਵਾਲਾ ਪੀਰੀਅਡ ਹੈ ਉਹਦੇ ਵਿੱਚ ਗਿਰਾਵਟ ਆਈ ਹੈ, ਪੀਰੀਅਡ ਆਫ ਡਿਕਲਾਈਨਿੰਗ ਰੇਟ. So the year 1921 is known as year of Great Divide. ਇਹ ਕੁਐਸਚਨ ਬਾਰ-ਬਾਰ ਪੇਪਰ 'ਚ ਪੁੱਛਿਆ ਜਾਂਦਾ ਕਿ ਕਿਹੜੇ ਈਅਰ ਨੂੰ ਗ੍ਰੇਟ ਡਿਵਾਈਡ ਪੀਰੀਅਡ ਕਿਹਾ ਜਾਂਦਾ ਹੈ. ਸੋ ਉਹ ਹੈ ਸਾਲ 1921 ਦਾ. ਹੁਣ ਜੇ ਆਪਾਂ ਗੱਲ ਕਰੀਏ ਪੋਪੂਲੇਸ਼ਨ ਪਾਲਿਸੀ 2000 ਦੀ ਤਾਂ ਸਰਕਾਰ ਨੇ 2000 ਦੇ ਵਿੱਚ ਇੱਕ ਪੋਪੂਲੇਸ਼ਨ ਪਾਲਿਸੀ ਤਿਆਰ ਕੀਤੀ ਸੀ ਕਿ ਕਿਵੇਂ ਆਪਾਂ ਨੇ ਭਾਰਤ ਦੇ ਅੰਦਰ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ ਹੈ. ਕਿਉਂਕਿ ਆਪਾਂ ਨੂੰ ਪਤਾ ਜਦੋਂ ਪੋਪੂਲੇਸ਼ਨ ਵੱਧਦੀ ਹੈ ਤਾਂ ਉਹਦੇ ਨਾਲ ਇੱਕ ਡਿਵੈਲਪਿੰਗ ਨੇਸ਼ਨ ਦੇ ਵਿੱਚ ਹੋਰ ਕਿੰਨੀਆਂ ਸੋਸ਼ਲ ਪ੍ਰੋਬਲਮਸ ਖੜੀਆਂ ਹੁੰਦੀਆਂ ਨੇ, ਪੋਵਰਟੀ, ਅਨਐਮਪਲੋਇਮੈਂਟ.
ਸੋ ਜਿਹੜੀ ਪੋਪੂਲੇਸ਼ਨ ਪੋਲਿਸੀ ਸੀ 2000 ਦੀ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਕਹੀ ਸੀ ਸਰਕਾਰ ਨੇ ਕਿ ਟੋਟਲ ਫਰਟੀਲਿਟੀ ਰੇਟ ਨੂੰ ਆਪਾਂ ਨੇ ਘਟਾਉਣਾ ਤੇ ਜਿਹੜਾ ਲੈਵਲ ਹੈ 2010 ਤੱਕ ਆਪਾਂ ਨੇ ਰੀਪਲੇਸ ਕਰਨਾ ਹੈ। ਦੈਨ ਪੋਪੂਲੇਸ਼ਨ ਨੂੰ ਸਟੇਬਲਾਈਜ਼ ਕਰਨਾ ਹੈ 2045 ਤੱਕ। ਮੈਟਰਨਲ ਮੋਰਟੈਲਿਟੀ ਰੇਟ ਨੂੰ ਆਪਾਂ ਨੇ ਰਿਡਿਊਸ ਕਰਨਾ ਹੈ ਟੂ ਬਿਲੋ 100 ਪਰ 1 ਲੱਖ ਬਰਥ। ਜਿਹੜੇ ਇਹ ਫਿਗਰਸ ਨੇ ਇਹ ਤੁਹਾਨੂੰ ਐਗਜ਼ਾਮ ਵਿੱਚ ਡੈਫੀਨੇਟਲੀ ਪੁੱਛੀਆਂ ਜਾ ਸਕਦੀਆਂ ਨੇ, ਇਹ ਟਾਰਗੇਟ ਈਅਰਸ ਵੀ ਤੁਸੀਂ ਯਾਦ ਰੱਖਣੇ ਆ। IMR ਇਨਫੈਂਟ ਮੋਰਟੈਲਿਟੀ ਰੇਟ ਨੂੰ 30% ਤੱਕ ਆਪਾਂ ਨੇ ਘਟਾਉਣਾ ਹੈ 30 ਪਰ 1000 ਲਾਈਵ ਬਰਥ ਤੱਕ। ਦੈਨ ਸਕੂਲ ਐਜੂਕੇਸ਼ਨ ਕੰਪਲਸਰੀ ਕਰਨੀ ਹੈ। ਜੇ ਜ਼ਿਆਦਾ ਪੜ੍ਹੇ ਲਿਖੇ ਬੱਚੇ ਹੋਣਗੇ ਤਾਂ ਪੋਪੂਲੇਸ਼ਨ ਜੇ ਬਾਈ ਚਾਂਸ ਜ਼ਿਆਦਾ ਵੱਧ ਵੀ ਰਹੀ ਹੈ ਤਾਂ ਉਹਦਾ ਸੁਸਾਇਟੀ ਉੱਤੇ ਘੱਟ ਅਸਰ ਹੋਊਗਾ, ਲੋਕ ਬੇਰੁਜ਼ਗਾਰ ਘੱਟ ਹੋਣਗੇ। ਸੋ ਬਾਕੀ ਪੋਵਰਟੀ ਦੇ ਵਿੱਚ ਵੀ ਇਹਦੇ ਨਾਲ ਕਾਫੀ ਜ਼ਿਆਦਾ ਕੰਟਰੋਲ ਆਊਗਾ, ਅਨਐਮਪਲੋਇਮੈਂਟ ਵਰਗੇ ਜਿਹੜੇ ਇਸ਼ੂਜ਼ ਨੇ ਉਹਨਾਂ 'ਚ ਕੰਟਰੋਲ ਆਊਗਾ। ਸੋ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਜੇ ਆਪਾਂ ਪੋਪੂਲੇਸ਼ਨ ਕੰਟਰੋਲ ਦੀ ਉਹਨਾਂ ਨੂੰ ਅਵੇਅਰਨੈਸ ਦੇਣਾ ਚਾਹੁੰਦੇ ਆ, ਉਹਨਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਲੋਕਾਂ ਦਾ ਪੜ੍ਹੇ ਲਿਖੇ ਹੋਣਾ, ਉਹਨਾਂ ਨੂੰ ਇਹ ਚੀਜ਼ਾਂ ਦੀ ਸਮਝ ਆਉਣੀ ਚਾਹੀਦੀ ਹੈ ਕਿ ਪੋਪੂਲੇਸ਼ਨ ਕੰਟਰੋਲ ਕਿਉਂ ਕਰਨਾ ਜ਼ਰੂਰੀ ਹੈ। ਸੋ ਮੇਕਿੰਗ ਸਕੂਲ ਐਜੂਕੇਸ਼ਨ ਕੰਪਲਸਰੀ। ਦੈਨ ਪ੍ਰਮੋਟ ਡੀਲੇਡ ਮੈਰਿਜ ਆਫ ਗਰਲਸ, ਜਿਹੜੀ ਚਾਈਲਡ ਮੈਰਿਜ ਹੈ ਉਸ ਤਰ੍ਹਾਂ ਦੀ ਚੀਜ਼ਾਂ ਉੱਤੇ ਪੂਰੀ ਤਰ੍ਹਾਂ ਰੋਕ ਲਗਾਉਣੀ, ਗਰਲਸ ਨੂੰ ਥੋੜੀ ਲੇਟ ਏਜ ਦੇ ਵਿੱਚ ਵਿਆਹ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੈ ਜਦੋਂ ਮੈਚੋਰਿਟੀ ਆਉਂਦੀ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਡਿਸੀਜਨਸ ਨੇ ਫਰਟੀਲਿਟੀ ਨੂੰ ਲੈ ਕੇ ਇਹ ਹੋਰ ਜ਼ਿਆਦਾ ਸਹੀ ਤਰੀਕੇ ਨਾਲ ਲੈ ਸਕਦੇ ਨੇ, ਹੋਰ ਮੈਚੋਰ ਤਰੀਕੇ ਨਾਲ ਯੰਗਸਟਰ ਲੈ ਸਕਦੇ ਨੇ। ਪ੍ਰਮੋਟ ਐਂਡ ਕੰਟਰੋਲ ਕਮਿਊਨੀਕੇਬਲ ਡਿਸੀਜ਼। ਸੋ ਇਹ ਸੀ ਆਪਣਾ ਸਟਾਰਟਿੰਗ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਿਆ ਡੈਮੋਗ੍ਰਾਫੀ ਦਾ ਮਤਲਬ ਕੀ ਹੈ। ਚਾਰ ਇੰਪੋਰਟੈਂਟ ਜਿਹੜਾ ਆਪਾਂ ਨੇ ਟਾਈਮ ਪੀਰੀਅਡ ਦੇਖਣੇ ਨੇ ਤੇ ਗ੍ਰੇਟ ਡਿਵਾਈਡ ਦਾ ਸਾਲ ਹੈ 1921। ਉਸ ਤੋਂ ਬਾਅਦ ਆਪਾਂ ਨੇ ਗੱਲ ਕੀਤੀ 2000 ਦੀ ਪੋਪੂਲੇਸ਼ਨ ਪੋਲਿਸੀ ਦੀ। ਸੋ ਹੁਣ ਆਪਾਂ ਦੇਖ ਲੈਂਦੇ ਆ ਇੰਪੋਰਟੈਂਟ ਡੈਮੋਗ੍ਰਾਫੀਜ਼, ਇੰਪੋਰਟੈਂਟ ਫਿਗਰਸ ਜਿਹੜੇ ਨਿਕਲ ਕੇ ਆ ਰਹੀਆਂ ਨੇ। ਸਭ ਤੋਂ ਪਹਿਲਾ ਸਿੰਕਰੋਨਾਈਜ਼ ਸਹੀ ਤਰੀਕੇ ਨਾਲ ਕੰਡਕਟ ਕੀਤਾ ਹੋਇਆ ਸੈਂਸਸ ਹੋਇਆ ਸੀ ਸਾਲ 1881 ਵਿੱਚ। 1901 ਤੋਂ ਹਰ ਡੈਕੇਡ ਹੋ ਰਿਹਾ ਸੈਂਸਸ, ਡੈਕੇਡ ਦਾ ਮਤਲਬ ਹੈ ਹਰ 10 ਸਾਲ ਬਾਅਦ। ਸੈਂਸਸ 2011 15ਵਾਂ ਸੈਂਸਸ ਹੈ ਤੇ 7ਵਾਂ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ। ਸੋ ਇਹ ਜਿਹੜੇ ਇੰਪੋਰਟੈਂਟ ਕਿੰਨਵਾਂ ਹੈ ਐਡੀਸ਼ਨ ਕਿਹੜਾ ਹੈ ਇਹ ਐਗਜ਼ਾਮ ਦੇ ਵਿੱਚ ਕਾਫੀ ਵਾਰੀ ਪੁੱਛਿਆ ਜਾਂਦਾ ਹੈ। ਜਿਹੜਾ ਸਾਲ 2011 ਦਾ ਸੈਂਸਸ ਸੀ ਇਹਦਾ ਸਲੋਗਨ ਸੀ, ਥੀਮ ਸੀ ਆਰ ਸੈਂਸਸ ਆਰ ਫਿਊਚਰ। India was the first country to adopt family planning in the world. Very, very important static fact for exam. 2011 ਦੇ ਸੈਂਸਸ ਦੇ ਮੁਤਾਬਿਕ 50 ਮਿਲੀਅਨ ਤੋਂ ਜ਼ਿਆਦਾ ਸ਼ਹਿਰ ਨੇ ਭਾਰਤ ਦੇ ਅੰਦਰ as compared to 35 in census 2001. Cafeteria approach to family planning was adopted during Janata Party government rule in 1978. So ਇਹ ਕੁਝ demographies ਨੇ। ਕੈਫੇਟੇਰੀਆ ਅਪਰੋਚ ਫੈਮਿਲੀ ਪਲੈਨਿੰਗ ਨੂੰ ਲੈ ਕੇ ਕਿਹੜੀ ਪਾਰਟੀ ਦੇ ਦੁਆਰਾ ਕਿਹੜੇ ਸਾਲ ਵਿੱਚ ਅਡਾਪਟ ਕੀਤਾ ਗਿਆ। ਭਾਰਤ ਪਹਿਲੀ ਦੁਨੀਆ ਦੀ ਕੰਟਰੀ ਹੈ ਜਿਹਨੇ ਫੈਮਿਲੀ ਪਲੈਨਿੰਗ ਅਡਾਪਟ ਕੀਤੀ। ਸੋ ਇਹ ਦੋ ਤਿੰਨ ਇੰਪੋਰਟੈਂਟ ਚੀਜ਼ਾਂ ਐਗਜ਼ਾਮ ਦੇ ਲਈ ਤੁਸੀਂ ਜ਼ਰੂਰ ਤਿਆਰ ਕਰਨੀਆਂ ਨੇ। ਹੁਣ ਆਪਾਂ ਮੇਨ ਚੀਜ਼ ਤੇ ਆਉਂਦੇ ਆ ਫਿਗਰਸ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਸੈਂਸਸ 2011 ਚੋਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੋਪੂਲੇਸ਼ਨ ਦੀ। ਸੋ ਇਹ ਹੈ ਪੋਪੂਲੇਸ਼ਨ। ਦੈਨ ਮੇਲਸ ਦੀ ਫਿਗਰ, ਫੀਮੇਲਸ ਦੀ ਡੈਂਸਿਟੀ। ਡੈਂਸਿਟੀ ਬਾਰ-ਬਾਰ ਐਗਜ਼ਾਮ ਪੁੱਛੀ ਜਾਂਦੀ ਹੈ। ਜਿਹੜੇ ਸਟੂਡੈਂਟ ਪੰਜਾਬ ਲੈਵਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਪੰਜਾਬ ਦੀਆਂ ਵੀ ਤਿਆਰ ਕਰਕੇ ਜਾਣੀਆਂ ਨੇ। ਪੰਜਾਬ ਦੀ ਡੈਮੋਗ੍ਰਾਫੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਡੈਂਸਿਟੀ ਕਿੰਨੀ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆ ਦੀ ਡੈਂਸਿਟੀ ਹੈ 382 ਪਰ ਸਕੁਆਇਰ ਕਿਲੋਮੀਟਰ। ਐਡਲਟ ਸੈਕਸ ਰੇਸ਼ੋ, ਚਾਈਲਡ ਸੈਕਸ ਰੇਸ਼ੋ, ਇਹ ਕੁਝ ਇਹੋ ਜਿਹੇ ਕੁਐਸਚਨ ਨੇ ਜਿਹੜੇ ਡੈਫੀਨੇਟਲੀ ਐਗਜ਼ਾਮ 'ਚ ਰਿਪੀਟ ਹੁੰਦੇ ਨੇ। So 943 females per 1000 male adult. Child sex ratio is 919 girl per 1000 boys. ਹੁਣ ਸਭ ਤੋਂ ਲਾਰਜੈਸਟ ਵੱਡੀਆਂ ਤੇ ਛੋਟੀਆਂ ਸਟੇਟਸ ਕਿਹੜੀਆਂ ਨੇ, ਯੂਟੀਜ਼ ਕਿਹੜੀਆਂ ਨੇ। ਸੋ ਟੌਪ ਸਟੇਟ ਯੂਟੀਜ਼ ਹੈਗੀਆਂ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਪੱਛਮੀ ਬੰਗਾਲ। ਇਹ ਹੈਗੀ ਪੋਪੂਲੇਸ਼ਨ ਵਾਈਜ਼ ਉਰੇ ਆਪਾਂ ਗੱਲ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਜਿੱਥੇ ਪੋਪੂਲੇਸ਼ਨ ਹੈ ਆਂਧਰਾ ਪ੍ਰਦੇਸ਼। ਨੀਚੇ ਵਾਲੀਆਂ ਸਟੇਟਸ ਯੂਟੀਜ਼ ਜਿਹੜੀਆਂ ਬਾਟਮ ਤੇ ਆ ਰਹੀਆਂ ਨੇ ਲਕਸ਼ਦ੍ਵੀਪ ਸਭ ਤੋਂ ਨੀਚੇ, ਦੈਨ ਦਮਨ ਐਂਡ ਦਿਊ, ਦਾਦਰ ਐਂਡ ਨਾਗਰ ਹਵੇਲੀ, ਅੰਡੇਮਾਨ ਨਿਕੋਬਾਰ, ਸਿੱਕਿਮ। ਹੁਣ ਆਪਾਂ ਕੁਝ ਇਹੋ ਜਿਹੇ ਇੰਪੋਰਟੈਂਟ ਪੁਆਇੰਟਰਸ ਦੀ ਫਾਰਮ ਵਿੱਚ ਦੇਖਾਂਗੇ ਜੋ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਮੈਂ ਤੁਹਾਨੂੰ ਪਰਸਨਲ ਰეკਮੈਂਡ ਕਰੂੰਗੀ ਕਿ ਤੁਸੀਂ ਜਿਹੜੇ ਵੀ ਮੈਂ ਤੁਹਾਨੂੰ 2 ਪੇਜਾਂ ਦੇ ਪੁਆਇੰਟਰਸ ਕਰਵਾਉਂਗੀ ਇਹਨਾਂ ਨੂੰ ਡੈਫੀਨੇਟਲੀ ਚਾਹੇ ਲਿਖ ਕੇ ਯਾਦ ਕਰੋ, ਕਿਸੇ ਨੂੰ ਸੁਣਾਓ,
पर ਇਹ ਤੁਹਾਨੂੰ ਸਾਰੇ 2 ਪੇਜਾਂ ਦੇ ਫੈਕਟਸ ਡੈਫੀਨਿਟਲੀ ਯਾਦ ਹੋਣੇ ਚਾਹੀਦੇ ਨੇ। सेंसस 2011 टोटल पॉपुलेशन 121.08 करोड़, सेक्स रेशियो फीमेल पर 1000 मेल 943, डेंसिटी 382 पर्सन पर स्क्वायर किलोमीटर, क्रूड बर्थ रेट 2009 22.5, क्रूड डेथ रेट 7.3, इन्फेंट मोर्टैलिटी रेट 57 पर 1000 लाइफ बर्थ, मैटरनल मोर्टैलिटी रेट 407 पर लाख, लैख केड़ा 1000 केड़ा ये भी तुसी फर्क ध्यान दे नाल पढ़ना। लिटरेसी रेट देश दा टोटल है 73%। लिटरेसी रेट भी अलग तो मैं स्टार मार्क कर रही हूं क्योंकि अलग तो बहुत इंपॉर्टेंट क्वेश्चन बनदा। सो जिहड़ा पढ़े लिखे लोकां दा रेट है दर है वो है 73%, मेल 80.9% पढ़े लिखे ने, फीमेल 64.6%। सब तो ज्यादा जिथों की पॉपुलेशन पढ़ी लिखी है हाईएस्ट लिटरेसी है केरला दी 94% लोग पढ़े लिखे ने। सब तो घट है बिहार 61.8। स्टेट जिथे फीमेल लिटरेसी सब तो ज्यादा है दैट इज केरला अगेन, ते लोएस्ट विच दोबारा तो बिहार है। स्टेट जिथे सब तो ज्यादा डेकेडल ग्रोथ हुई है 10 साल के अंदर वो है मेघालय, हाईएस्ट पॉपुलेशन यूपी, लोएस्ट सिक्किम। उरे स्टेट्स की गल हो रही है, उरे यूटी नहीं, ये भी तुसी ध्यान नाल ऑप्शन विच देखना है। स्टेट विद हाईएस्ट पॉपुलेशन डेंसिटी बिहार, लोएस्ट अरुणाचल प्रदेश, स्टेट विद हाईएस्ट सेक्स रेशियो केरला, उरे मेल्स से कंपैरेटिवली फीमेल्स ज्यादा ने पर 1000। State having lowest sex ratio Haryana, then India accounts for a meager 2.4% of world surface area. So India पूरी दुनिया ਦੇ ਵਿੱਚ ਕਿੰਨਾ surface area cover ਕਰਦਾ ਹੈ ਉਹ ਹੈ 2.4%, ਤੇ world ਦੀ population ਹੈ 17.5% ਭਾਰਤ ਦੇ ਅੰਦਰ। ਸੋ ਦੇਖ ਸਕਦੇ ਹੋ ਜੇ ਆਪਾਂ ਪੂਰੇ world level ਤੇ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਕਿੰਨੀ ਜ਼ਿਆਦਾ population ਹੈ, area ਕਿੰਨਾ ਘੱਟ ਹੈ, पॉपुलेशन कितनी ज्यादा है। इसीलिए इंडिया एक डेवलपिंग नेशन ही है, इन्ने टाइम तो इसकी डेवलपमेंट पूरी नहीं हो पा रही क्योंकि प्रेशर बहुत ज्यादा है रिसोर्सेज उत्ते। लाइफ एक्सपेक्टेंसी एट बर्थ 63.5 ईयर्स ओवरऑल, मेल 62.6 ते फीमेल 64.2। पहला सेंसस 1872 पर पहला सिस्टमैटिक सिंक्रोनाइज सेंसस कीता सी 1881 विच। ये भी क्वेश्चन काफी इंपॉर्टेंट है। हाईएस्ट डेथ रेट अमंग स्टेट, सब तो ज्यादा डेथ रेट है ओडिशा विच 98 पर 1000, सब तो घट है केरला 16 पर 1000। डेकेडल ग्रोथ रेट इन पॉपुलेशन 17.7%, ओवरऑल पॉपुलेशन 2001 तो वधी है। स्टेट जिथे सब तो घट पॉपुलेशन की ग्रोथ हुई है वो है नागालैंड। देन 4 cities having highest population, 4 ਇਹਜੇ ਸ਼ਹਿਰ ਜਿਨ੍ਹਾਂ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ। ਨੰਬਰ 1 ਮੁੰਬਈ, ਨੰਬਰ 2 ਕੋਲਕਾਤਾ, ਨੰਬਰ 3 ਦਿੱਲੀ, ਨੰਬਰ 4 ਚੇਨਈ। ਸੋ ਇਹ ਜਿਹੜੇ 4 ਮੈਟਰੋਪੋਲੀਟਨ ਸਿਟੀਜ਼ ਨੇ ਉਰੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ। ਆਂਧਰਾ ਪ੍ਰਦੇਸ਼ ਪਹਿਲੀ ਸਟੇਟ ਜਿਹਨੇ ਪੋਪੂਲੇਸ਼ਨ ਪਾਲਿਸੀ ਤਿਆਰ ਕੀਤੀ। ਦੈਨ ਹਾਈਐਸਟ ਐਸਸੀ ਪੋਪੂਲੇਸ਼ਨ ਹੈ यूपी ਦੇ ਵਿੱਚ, ਐਸਟੀ ਹੈ ਸ਼ਡਿਊਲਡ ਟ੍ਰਾਈਬ ਮੱਧ ਪ੍ਰਦੇਸ਼, ਲੋਐਸਟ ਸ਼ਡਿਊਲਡ ਕਾਸਟ ਪੋਪੂਲੇਸ਼ਨ ਹੈ ਨਾਗਾਲੈਂਡ, ਤੇ ਲੋਐਸਟ ਸ਼ਡਿਊਲਡ ਟ੍ਰਾਈਬ ਪੋਪੂਲੇਸ਼ਨ ਹੈ ਪੰਜਾਬ ਵਿੱਚ। ਨੈਸ਼ਨਲ ਪੋਪੂਲੇਸ਼ਨ ਸਟੇਬਲਾਈਜੇਸ਼ਨ ਫੰਡ ਦਾ ਦੁਬਾਰਾ ਤੋਂ ਨਾਮ ਰੱਖਿਆ ਗਿਆ ਸੀ, ਇਹਨੂੰ ਰੀਨੇਮ ਕੀਤਾ ਗਿਆ ਸੀ ਜਨਸੰਖਿਆ ਸਥਿਰੀਕਰਨ ਕੋਸ਼ ਇਨ ਜੂਨ 2003। ਸੋ ਹੁਣ ਆਪਾਂ ਕੁਝ ਇੰਪੋਰਟੈਂਟ MCQs ਦੇਖਦੇ ਹਾਂ। ਸਭ ਤੋਂ ਪਹਿਲਾਂ ਨੈਗੇਟਿਵ ਪੋਪੂਲੇਸ਼ਨ ਕਿੱਥੇ ਹੋਈ ਹੈ ਗਰੋਥ, ਕਿਹੜੀ ਸਟੇਟ ਵਿੱਚ, ਇਹ ਆਪਾਂ ਪਿੱਛੇ ਪੜ੍ਹ ਕੇ ਹਟਿਆ -0.6%, ਇਹ ਹੋਈ ਹੈ ਨਾਗਾਲੈਂਡ। ਦੈਨ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਗਰੋਥ ਹੋਈ ਹੈ दैट इज ਮੇਘਾਲਿਆ। ਪੋਪੂਲੇਸ਼ਨ ਗਰੋਥ ਰੇਟ ਕੀ ਸੀ 2001 ਤੋਂ 2011 ਦਾ ਡੈਕੇਡਲ, ਸੋ ਇਟ ਵਾਸ 17.72% ਆਪਸ਼ਨ। ਨੈਕਸਟ ਹੈ ਕਿਹੜੀ यूटी ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਗਰੋਥ ਹੋਈ ਹੈ ਡੈਕੇਡਲ 2001 ਤੋਂ 11 ਤੱਕ, ਸੋ ਉਹ ਹੈ ਦਾਦਰਾ ਤੇ ਨਾਗਰ ਹਵੇਲੀ। ਨੈਕਸਟ ਆਪਾਂ ਨੇ ਦੱਸਣਾ ਹੈ ਕਿ ਸੈਂਸਸ 2011 ਦੇ ਮੁਤਾਬਿਕ ਇਹਨਾਂ ਚਾਰਾਂ ਸਟੇਟਮੈਂਟਸ ਦੇ ਵਿੱਚੋਂ ਕਿਹੜੀ ਸਟੇਟਮੈਂਟ ਗਲਤ ਹੈ ਵਿਚ ਇਜ਼ ਨਾਟ ਕਰੈਕਟ। ਸੋ ਉਹ ਹੈ ਕਿ ਕੇਰਲਾ ਦੀ ਪੋਪੂਲੇਸ਼ਨ ਗਰੋਥ ਰੇਟ ਸਟੇਟਸ ਵਿੱਚ ਸਭ ਤੋਂ ਜ਼ਿਆਦਾ ਸੀ, ਸੋ ਇਹ ਗਲਤ ਹੈ। ਵਿਚ ਆਫ ਦ ਫੋਲੋਇੰਗ ਸਟੇਟ ਹੈਜ਼ ਹਾਈਐਸਟ ਪੋਪੂਲੇਸ਼ਨ ਗਰੋਥ ਰੇਟ, ਸੋ ਉਹ ਹੋਇਆ यूपी ਦਾ ਆਪਸ਼ਨ ਬੀ, यूपी ਸਭ ਤੋਂ ਜ਼ਿਆਦਾ ਪੋਪੂਲੇਸ਼ਨ ਗਰੋਥ ਰੇਟ ਹੈ। ਨੈਕਸਟ ਇਜ਼ ਲੋਐਸਟ ਪੋਪੂਲੇਸ਼ਨ ਗਰੋਥ ਰੇਟ ਹੈ ਕੇਰਲਾ ਦਾ, ਸਟੇਟਸ ਦੀ ਜੇ ਆਪਾਂ ਗੱਲ ਕਰ ਰਹੇ ਹਾਂ।
Which of the following states population growth rate is around or equal to India's population growth rate? So question है कि केड़ी है जी states ने या फिर यूटीज ने जिन्ना दी population growth rate जिन्नी भारत दी overall growth rate है almost ओदे आले दुआले है या ओदे बराबर रही है. So ਉਹ है चंडीगढ़, उत्तराखंड ते असम. ਨੈਕਸਟ ਹੈ ਕਿਹੜੀ ਯੂਨੀਅਨ ਟੈਰੀਟਰੀ ਦੀ ਇਹਨਾਂ ਚਾਰਾਂ ਦੇ ਵਿੱਚੋਂ ਲੋਐਸਟ ਪੋਪੂਲੇਸ਼ਨ ਗਰੋਥ ਰੇਟ ਰਹੀ ਹੈ? ਸੋ ਦੈਟ ਇਜ਼ ਲਕਸ਼ਦ੍ਵੀਪ ਆਪਸ਼ਨ ਏ. what percentage of total population ਭਾਰਤ ਦੀ ਕੁੱਲ ਜਨਸੰਖਿਆ ਦੇ ਵਿੱਚੋਂ ਕਿੰਨੇ ਪ੍ਰਤੀਸ਼ਤ ਲੋਕ ਕੱਲੇ ਯੂਪੀ ਚ ਰਹਿੰਦੇ ਨੇ? ਸੋ ਉਹ ਹੈ 16% ਆਪਸ਼ਨ ਬੀ. 2011 ਦੇ ਸੈਂਸਸ ਦੇ ਮੁਤਾਬਿਕ ਸਟੇਟ ਇੰਡੀਆ ਦੀ ਜਿੱਥੇ ਸਭ ਤੋਂ ਜ਼ਿਆਦਾ ਪੇਂਡੂ ਪੋਪੂਲੇਸ਼ਨ ਹੈ, ਲਾਰਜੈਸਟ ਰੂਰਲ ਪੋਪੂਲੇਸ਼ਨ ਹੈ, ਸੋ ਉਹ ਹੈ ਯੂਪੀ ਵਿੱਚ, ਤੇ ਲਾਰਜੈਸਟ ਸ਼ਹਿਰੀ ਪੋਪੂਲੇਸ਼ਨ ਹੈ, ਅਰਬਨ ਪੋਪੂਲੇਸ਼ਨ ਹੈ ਮਹਾਰਾਸ਼ਟਰ ਆਪਸ਼ਨ 2. So this was all about today's lecture on census 2011. I would again repeat कि तुसी इस topic ਨੂੰ ਬਿਲਕੁਲ ignore नहीं करना. This is very very important for all exam. तुसी ਇਹਨੂੰ paper ਤੋਂ ਪਹਿਲਾਂ revise भी जरूर करके जाओ. So this was all. Thank you and good luck.